ਸਤਿ ਸ਼੍ਰੀ ਅਕਾਲ ਜੀ। ਅਕਸ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਕੇਂਦਰ ਸਰਕਾਰ ਵੱਲੋਂ 21ਵੇਂ ਦਹਾਕੇ ਦਾ ਅੱਜ ਪਹਿਲਾ ਬਜਟ ਪੇਸ਼ ਕੀਤਾ ਗਿਆ। ਉਹਨਾਂ ਹਾਲਾਤਾਂ 'ਚ ਜਦੋਂ ਇੱਕ ਪਾਸੇ ਕਿਸਾਨ ਅੰਦੋਲਨ ਬੜੇ ਜ਼ੋਰਾਂ ਸ਼ੋਰਾਂ ਤੇ ਹੈ, ਉਹਨਾਂ ਹਾਲਾਤਾਂ 'ਚ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਭਾਰੀ ਤਾਦਾਦ ਦੇ ਵਿੱਚ ਹਿੰਸਾ ਕੀਤੀ ਜਾ ਰਹੀ ਹੈ, ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਕੋਵਿਡ ਦੀ ਮਹਾਮਾਰੀ ਨੇ ਪੂਰੇ ਵਰਲਡ ਨੂੰ ਘੇਰਿਆ ਹੋਇਆ, ਹਿੰਦੁਸਤਾਨ ਦੇ ਵਿੱਚ ਲੋਕਡਾਊਨ ਲੱਗ ਚੁੱਕਿਆ ਸੀਗਾ, ਉਹਨਾਂ ਹਾਲਾਤਾਂ 'ਚ ਨੋਟਬੰਦੀ ਦੀ ਮਾਰ ਚੱਲ ਚੁੱਕੀ ਹੈ ਹਿੰਦੁਸਤਾਨ ਦੀ ਜਨਤਾ, ਹੋਰ ਬਹੁਤ ਕੁਝ। ਤੇ ਉਹਨਾਂ ਹਾਲਾਤਾਂ 'ਚ ਜਦੋਂ ਦੇਸ਼ ਦੇ ਵਿੱਚ ਬੀਜੇਪੀ ਨੇ ਰਾਜ ਸ਼ੁਰੂ ਕੀਤਾ ਸੀ, ਉਸ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅੱਛੇ ਦਿਨ ਆਉਣ ਵਾਲੇ ਹਨ। ਅੱਛੇ ਦਿਨ ਆਏ ਨੇ, ਨਹੀਂ ਆਏ, ਇਹਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪੰਜਾਬੀ ਯੂਨੀਵਰਸਿਟੀ ਦੇ ਉੱਘੇ ਅਰਥ ਸ਼ਾਸਤਰੀ ਡਾਕਟਰ ਪੰਕਜ ਮਹਿੰਦਰੂ ਦੇ ਨਾਲ। ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਾਕਈ ਹੀ ਅੱਛੇ ਦਿਨ ਆ ਗਏ ਨੇ। ਡਾਕਟਰ ਸਾਹਿਬ, ਤੁਹਾਡਾ ਅਕਸ ਨਿਊਜ਼ ਤੇ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਡਾਕਟਰ ਸਾਹਿਬ, ਜਿਵੇਂ ਮੈਂ ਸ਼ੁਰੂਆਤ ਕੀਤੀ ਹੈ, ਭਾਰਤੀ ਜਨਤਾ ਪਾਰਟੀ ਨੇ ਜਦੋਂ ਸੱਤਾ 'ਚ ਆਉਣਾ ਸੀ ਤਾਂ ਇੱਕ ਵਾਅਦਾ ਕੀਤਾ ਸੀ, ਇੱਕ ਪ੍ਰਚਾਰ ਕੀਤਾ ਗਿਆ ਸੀ, ਜਨਤਾ ਨੂੰ ਸੁਪਨਾ ਦਿਖਾਇਆ ਗਿਆ ਸੀ ਕਿ ਅੱਛੇ ਦਿਨ ਆਉਣ ਵਾਲੇ। ਪਿਛਲੇ 2 ਬਜਟਾਂ ਦੇ ਵਿੱਚ ਤਾਂ ਮੈਨੂੰ ਲੱਗਿਆ ਨਹੀਂ ਵੀ ਜਨਤਾ ਦੇ ਕੁਝ ਅੱਛੇ ਦਿਨ ਆਏ ਨੇ। ਜਿੰਨੇ ਵੀ ਬਜਟ ਹੋਏ ਨੇ ਇਸ ਦੌਰਾਨ, ਪਿਛਲੇ ਬਜਟਾਂ ਦੇ ਵਿੱਚ ਤਾਂ ਮੈਨੂੰ ਹਾਲੇ ਤੱਕ ਨਜ਼ਰ ਨਹੀਂ ਆਇਆ ਵੀ ਅੱਛੇ ਦਿਨ ਆਏ ਨੇ। ਕੀ ਇਸ ਬਜਟ 'ਚ ਅੱਛੇ ਦਿਨ ਆ ਗਏ? ਨਮਸਕਾਰ ਜੀ। ਮੈਂ ਇਹੀ ਕਹਿਣਾ ਚਾਹਾਂਗਾ ਕਿ ਕੋਵਿਡ ਦੇ ਕਰਕੇ ਮਾਰਚ ਤੋਂ ਸਾਰਾ ਦੇਸ਼ ਬੰਦ ਪਿਆ ਸੀ, ਸਾਰਾ ਵਰਲਡ ਹੀ ਬੰਦ ਪਿਆ ਸੀਗਾ। 22 ਮਾਰਚ ਤੋਂ ਆਪਾਂ ਦੇਖ ਰਹੇ ਸੀ ਲੋਕਡਾਊਨ ਲੱਗਿਆ ਹੋਇਆ ਸੀ। ਤਾਂ ਇਸ ਬਜਟ ਤੋਂ ਬਹੁਤ ਉਮੀਦਾਂ ਸੀ, ਆਮ ਨਾਗਰਿਕ ਨੂੰ, ਆਮ ਆਦਮੀ ਨੂੰ ਬਹੁਤ ਜ਼ਿਆਦਾ ਉਮੀਦਾਂ ਸੀ ਕਿ ਜਿਹੜਾ ਇਹ ਬਜਟ ਹੈ ਬਹੁਤ ਵਧੀਆ ਬਜਟ ਆਏਗਾ, ਸਰਕਾਰ ਉਹਨਾਂ ਬਾਰੇ ਸੋਚੇਗੀ। ਪਰ ਮੈਂ ਇਹੀ ਕਹਾਂਗਾ ਕਿ ਬੜਾ ਹੀ ਅਨਫੋਰਚੂਨੇਟ ਜਿਹਾ ਬਜਟ ਆਇਆ, ਕਿਸੇ ਦੀਆਂ ਵੀ ਉਮੀਦਾਂ ਤੇ ਖਰਾ ਨਹੀਂ ਉਤਰਿਆ। ਜੇ ਦੇਖਿਆ ਜਾਏ, ਆਪਾਂ ਬਜਟ ਦੇ ਬਾਰੇ ਗੱਲ ਕਰੀਏ ਤਾਂ ਆਮ ਆਦਮੀ ਲਈ, ਮਿਡਲ ਕਲਾਸ ਦੇ ਲਈ ਕੁਝ ਵੀ ਨਹੀਂ ਕੀਤਾ। ਕੋਈ ਖਾਸ ਸਕੀਮ ਨਹੀਂ ਆਈ। ਜੇ ਸਭ ਤੋਂ ਪਹਿਲਾਂ ਗੱਲ ਕਰਾਂ ਇਨਕਮ ਟੈਕਸ ਸਲੈਬਸ ਬਾਰੇ, ਇਨਕਮ ਟੈਕਸ ਦੇ ਵਿੱਚ ਕੋਈ ਬਦਲਾਅ ਨਹੀਂ ਆ ਪਾਇਆ। ਜੇ ਮੈਂ ਗੱਲ ਕਰਾਂ ਕੋਈ ਪੈਕੇਜ, ਕੋਈ ਫਾਈਨੈਂਸ਼ੀਅਲ ਪੈਕੇਜ, ਉਹ ਨਹੀਂ ਆ ਪਾਇਆ। ਕੋਵਿਡ ਦੇ ਵੈਕਸੀਨ ਬਾਰੇ ਜ਼ਰੂਰ ਗੱਲ ਹੋਈ ਹੈ ਕਿ 35,000 ਕਰੋੜ ਰੁਪਏ ਦੀ ਵੈਕਸੀਨ ਲਗਾਈ ਜਾਏਗੀ ਤੇ ਉਹਦਾ ਐਸਟੀਮੇਟ ਜਿਹੜਾ ਹੈ ਉਹ 54,000 ਕਰੋੜ ਰੁਪਇਆ ਹੈ ਕਿ ਵੈਕਸੀਨ ਇੰਨੇ ਦੀ ਲੱਗਣ ਦੀ ਲੋੜ ਹੈ। ਉਹ ਇੱਕ ਮੈਂ ਜ਼ਰੂਰ ਸਰਾਹਨਾ ਕਰਾਂਗਾ ਕਿ ਹੈਲਥ ਦੇ ਉੱਪਰ ਜ਼ਰੂਰ ਇਹਨਾਂ ਦਾ ਫੋਕਸ ਹੈ। ਇਸ ਵਾਰੀ ਹੈਲਥ ਨੂੰ ਥੋੜ੍ਹਾ ਜਿਹਾ ਇਹਨਾਂ ਨੇ ਹੋਰ ਵਧਾਇਆ, ਪਰ ਹੈਲਥ ਦੇ ਵਿੱਚ ਇਹਨਾਂ ਨੇ ਹੋਰ ਵੀ ਕਈ ਚੀਜ਼ਾਂ ਨਾਲ ਪਾ ਦਿੱਤੀਆਂ, ਜਿਵੇਂ ਡਰਿੰਕਿੰਗ ਵਾਟਰ ਤੇ ਸੈਨੀਟਾਈਜੇਸ਼ਨ ਵੀ ਵਿੱਚ ਪਾਤਾ। 137% ਹਾਈਕ ਕੀਤਾ ਇਹਨਾਂ ਨੇ ਪਿਛਲੇ ਵਾਲੇ ਬਜਟ ਦੇ ਨਾਲੋਂ, ਪਰ ਉਹਦੇ ਵਿੱਚ ਇਹ ਤਿੰਨੋਂ ਚੀਜ਼ਾਂ ਕਲੱਬ ਕਰਕੇ ਕੋਈ ਬਹੁਤ ਜ਼ਿਆਦਾ ਹੈਲਥ ਨੂੰ ਵੀ ਜ਼ਿਆਦਾ ਫੋਕਸ ਨਹੀਂ ਕਰ ਪਾਏ। ਜੇ ਗੱਲ ਕਰਾਂ ਇਨਫਰਾਸਟ੍ਰਕਚਰ ਬਾਰੇ, ਇਹ ਕਹਿ ਰਹੇ ਆ ਕਿ ਇਹ ਸਾਡਾ ਇਨਫਰਾਸਟ੍ਰਕਚਰ ਗਰੋਥ ਵਾਲਾ ਬਜਟ ਹੈ, ਉਸ ਬਾਰੇ ਵੀ ਮੈਂ ਡਿਸਐਗਰੀ ਕਰਾਂਗਾ ਇਹਨਾਂ ਦੇ ਨਾਲ। ਜਿਹੜਾ ਇਹਨਾਂ ਦਾ ਇਨਫਰਾਸਟ੍ਰਕਚਰ ਦੇ ਬਾਰੇ ਬਿਲਕੁਲ ਫਿਗਰਸ ਹੈ, ਇਹਨਾਂ ਨੇ 1.18 ਲੱਖ ਕਰੋੜ ਜਿਹੜਾ ਹੈ ਉਹ ਰੋਡਸ ਦੇ ਲਈ ਦਿੱਤਾ। ਪਰ ਹੈਰਾਨੀ ਹੋਈ ਮੈਨੂੰ ਉਦੋਂ ਪੜ੍ਹ ਕੇ, ਜਦੋਂ ਮੈਂ ਇਹ ਪੜ੍ਹਿਆ ਕਿ 1.03 ਲੱਖ ਕਰੋੜ ਜਿਹੜਾ ਹੈ ਉਹ ਸਿਰਫ 4 ਸਟੇਟਸ ਨੂੰ ਹੀ ਦਿੱਤਾ ਜਾਊਗਾ। ਕਿਹੜੀ 4 ਸਟੇਟਸ ਨੇ ਜੀ, ਵੈਸਟ ਬੰਗਾਲ ਹੈ, ਕੇਰਲਾ ਹੈ, ਹਾਂਜੀ, ਤਾਮਿਲਨਾਡੂ ਹੈ ਤੇ ਨਾਲ ਹੀ ਅਸਾਮ ਹੈ। ਉਹ 4 ਸਟੇਟਸ ਦੇ ਵਿੱਚ ਮਈ 2021 ਦੇ ਵਿੱਚ ਇਲੈਕਸ਼ਨ ਹੈ। ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਸਾਰਾ ਬਜਟ ਜਿਹੜਾ ਸਾਰਾ ਇਨਫਰਾਸਟ੍ਰਕਚਰ, ਰੋਡ ਡਿਵੈਲਪਮੈਂਟ ਜਿਹੜਾ ਹੈ, ਇਹ ਸੈਂਟਰ ਦਾ ਬਜਟ ਹੈ, ਸਰਕਾਰ ਦਾ ਬਜਟ ਹੈ ਕਿ ਬੀਜੇਪੀ ਦਾ ਬਜਟ ਹੈ। ਬਹੁਤ ਹੈਰਾਨੀ ਹੋਈ ਕਿ ਸਾਰੇ ਦੇਸ਼ ਨੂੰ ਛੱਡ ਕੇ ਇਹਨਾਂ ਨੇ ਉੱਧਰ ਧਿਆਨ ਦਿੱਤਾ। ਤੁਸੀਂ ਗੱਲ ਕੀਤੀ ਹੈ 35,000 ਕਰੋੜ ਰੁਪਏ ਦੀ, 1.25 ਲੱਖ ਕਰੋੜ ਰੁਪਏ ਦੀ। ਮੈਨੂੰ ਲੱਗਦਾ ਕਿ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਦੇ ਪੱਲੇ ਨਹੀਂ ਪਈ ਹੋਣੀ। ਇੱਕ ਆਮ ਬੰਦਾ, ਖੇਤ 'ਚ ਕੰਮ ਕਰਨ ਵਾਲਾ ਬੰਦਾ, ਉਹ ਇਸ ਬਜਟ ਨੂੰ ਕਿਵੇਂ ਸਮਝੇ ਕਿ ਮੈਨੂੰ ਕੀ ਮਿਲਿਆ ਤੇ ਕੀ ਮੇਰੇ ਕੋਲ ਚਲਾ ਗਿਆ? ਮੈਂ ਤਾਂ ਇਹੀ ਕਹਾਂਗਾ ਜੀ, ਇਸ ਬਜਟ ਦੇ ਵਿੱਚ ਆਮ ਆਦਮੀ ਲਈ, ਮਿਡਲ ਕਲਾਸ ਦੇ ਲਈ ਕੁਝ ਵੀ ਨਹੀਂ ਹੈ, ਕੋਈ ਡਿਕਲੇਰੇਸ਼ਨ ਨਹੀਂ ਹੈ। ਜੇ ਆਪਾਂ ਗੱਲ ਕਰੀਏ, ਮੈਂ ਪਹਿਲਾਂ ਵੀ ਕਹਿੰਦਾ ਰਿਹਾ ਵੀ ਜਿਹੜੀ ਇਹ ਸਰਕਾਰ ਹੈ ਇਹ ਸਿਰਫ ਬਿਗ ਕਾਰਪੋਰੇਟਸ ਚਲਾ ਰਹੇ ਆ। ਇਹ ਅਦਾਨੀ ਤੇ ਅੰਬਾਨੀਜ਼ ਦੀ ਸਰਕਾਰ ਹੈ। ਮੈਂ ਇਹ ਜ਼ਰੂਰ ਇੱਥੇ ਕਹਿਣਾ ਚਾਹਾਂਗਾ
ਤੁਹਾਡੇ ਚੈਨਲ ਦੇ ਥਰੂ ਵੀ ਕਹਿਣਾ ਚਾਹਾਂਗਾ, ਤੁਸੀਂ ਦੇਖੋ ਪਹਿਲਾਂ ਜਦੋਂ ਯੂਪੀਏ 1 ਤੇ ਯੂਪੀਏ 2 ਜਦੋਂ ਬਜਟ ਪੇਸ਼ ਕਰਦੀ ਸੀ ਤਾਂ ਜਿਹੜਾ ਸੈਂਸੈਕਸ ਹੈ ਉਹ ਕਹਿੰਦੇ ਧੜਾਮ ਨਾਲ ਨੀਚੇ ਗਿਰ ਗਿਆ, ਪਰ ਅੱਜ ਆਪੋਜ਼ਿਟ ਹੋ ਰਿਹਾ ਹੈ। 2315 ਪੁਆਇੰਟ ਦੇ ਨਾਲ ਜਿਹੜਾ ਸੈਂਸੈਕਸ ਹੈ ਬੰਬੇ ਸਟਾਕ ਐਕਸਚੇਂਜ ਉਹ ਉੱਪਰ ਚੜਿਆ। ਇਹ ਦੱਸਦਾ ਹੈ ਕਿ ਦੇ ਆਰ ਵੈਰੀ ਐਕਸਾਈਟਿਡ, ਦੇ ਆਰ ਵੈਰੀ ਹੈਪੀ ਕਿ ਇਹ ਬਜਟ ਪੇਸ਼ ਕੀਤਾ ਹੈ, ਉਹਨਾਂ ਦੇ ਫੇਵਰ 'ਚ ਹੈ ਬਜਟ। ਜਦ ਕਿ ਸਾਡਾ ਕਿਸਾਨ, ਸਾਡਾ ਆਮ ਨਾਗਰਿਕ ਜਿਹੜਾ ਹੈ, ਕਿਸਾਨ ਬਾਰੇ ਜੇ ਗੱਲ ਕਰਾਂ, ਦੇਖੋ ਕਿਸ ਤਰ੍ਹਾਂ ਆਪਣੇ ਹੱਕਾਂ ਦੇ ਲਈ ਦਿੱਲੀ ਬੈਠਾ ਹੈ, ਰਾਤ ਦਿਨ ਧਰਨਾ ਚੱਲ ਰਿਹਾ, ਅੱਜ 60 ਦਿਨ ਤੋਂ ਉੱਪਰ ਧਰਨਾ ਹੋ ਗਿਆ, ਸਰਕਾਰ ਉਹਨਾਂ ਨਾਲ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੀ। ਪਰ ਡਾਕਟਰ ਸਾਹਿਬ ਇੱਕ ਚੀਜ਼ ਹੈ ਕਿ ਤੁਸੀਂ ਸੈਂਸੈਕਸ ਦੀ ਗੱਲ ਕੀਤੀ ਹੈ, ਸੈਂਸੈਕਸ ਜਦੋਂ ਡਾਊਨ ਜਾਂਦਾ ਹੈ ਉਦੋਂ ਸੋਨੇ ਦਾ ਜਿਹੜਾ ਹੈ ਉਹ ਮੰਗ ਵੱਧ ਜਾਂਦੀ ਹੈ। ਸੋਨੇ 'ਚ ਵਿੱਚ ਇਨਵੈਸਟਮੈਂਟ ਜਿਹੜੀ ਹੈ ਉਹ ਪਬਲਿਕ ਜ਼ਿਆਦਾ ਕਰਦੀ ਹੈ ਤੇ ਉਹ ਸੋਨੇ ਦੀ ਮੰਗ ਵਧਣ ਦੇ ਨਾਲ ਸੋਨੇ ਦੀਆਂ ਕੀਮਤਾਂ ਵੀ ਵੱਧਦੀਆਂ ਨੇ ਜੀ। ਪਰ ਇੱਥੇ ਤਾਂ ਸੋਨੇ ਦੀਆਂ ਕੀਮਤਾਂ ਉਹਨਾਂ ਨੇ ਘਟਾਤੀਆਂ ਨੇ। ਉਹ ਗੱਲ ਇਸ ਤਰ੍ਹਾਂ ਹੈ ਜੀ, ਦੇਖੋ ਸੈਂਸੈਕਸ ਦੇ ਨਾਲ ਜਦੋਂ ਮਾਰਕੀਟ ਦੇ ਵਿੱਚੋਂ ਆਦਮੀ ਪੈਸਾ ਚੱਕ ਲੈਂਦਾ ਤਾਂ ਉਹ ਡੈਫੀਨੇਟਲੀ ਜਿਹੜਾ ਸਾਰਾ ਪੈਸਾ ਉਹ ਕਿਤੇ ਨਾ ਕਿਤੇ ਲਾਣਾ ਹੁੰਦਾ ਹੈ। ਤਾਂ ਹਮੇਸ਼ਾ ਆਪਣੇ ਐਨਸੈਸਟਰਸ ਵੀ ਇਹੀ ਕਹਿੰਦੇ ਆਏ ਕਿ ਸੋਨਾ ਜਿਹੜਾ ਹੈ ਉਹ ਇਜ਼ ਦਾ ਰਾਈਟ ਇਨਵੈਸਟਮੈਂਟ। ਤਾਂ ਉਹੀ ਪੈਸਾ ਜਿਹੜਾ ਹੈ ਮਾਰਕੀਟ ਤੋਂ ਉੱਠ ਕੇ ਫਿਰ ਉਹ ਸੋਨੇ ਤੇ ਲੱਗਣ ਲੱਗ ਜਾਂਦਾ। ਡਾਕਟਰ ਸਾਹਿਬ ਇੱਕ ਗੱਲ ਦੱਸੋ ਕਿ ਇਹ ਜਿਹੜੀਆਂ ਤਾਂ ਕੰਮ ਦੀਆਂ ਚੀਜ਼ਾਂ ਸੀ, ਪਬਲਿਕ ਦੇ ਕੰਮ ਦੀਆਂ ਚੀਜ਼ਾਂ ਸੀ, ਉਹ ਤਾਂ ਕਰ ਦਿੱਤੀਆਂ ਗਈਆਂ ਮਹਿੰਗੀਆਂ, ਮੋਬਾਈਲ ਪਾਰਟਸ ਤੇ ਹੋਰ ਜਿਹੜੀਆਂ ਚੀਜ਼ਾਂ ਜਿੰਨੀਆਂ ਵੀ ਸੀਗੀਆਂ ਉਹ ਪਬਲਿਕ ਦੇ ਕੰਮ ਦੀਆਂ ਸੀ, ਉਹ ਤਾਂ ਕਰਤੀਆਂ ਮਹਿੰਗੀਆਂ। ਤੇ ਜਿਹੜੀਆਂ ਚੀਜ਼ਾਂ ਵੱਡੇ ਵਪਾਰੀਆਂ ਨੂੰ ਫਾਇਦਾ ਪਹੁੰਚਾਉਂਦੀਆਂ ਸੀ, ਸੋਨਾ ਚਾਂਦੀ ਹੋਰ ਚੀਜ਼ਾਂ ਜਿਹੜੀਆਂ ਫਾਇਦਾ ਪਹੁੰਚਾਉਂਦੀਆਂ ਸੀ, ਉਹ ਕਰ ਦਿੱਤੀਆਂ ਸਸਤੀਆਂ। ਕਿੱਧਰ ਨੂੰ ਤੁਰ ਪਏ ਇਹ? ਵੈਸੇ ਤਾਂ ਪਹਿਲਾਂ ਵੀ ਯੂਪੀਏ ਸਰਕਾਰ ਦਾ ਮੈਂ ਗੱਲ ਕਰਾਂਗਾ ਇਸ ਬਾਰੇ ਕਿ ਦੇਸ਼ ਜਿਹੜਾ ਨਾ ਉਹ ਵਿਕਣ ਦੀ ਕਗਾਰ ਤੇ ਆ ਖੜਾ ਹੋਇਆ। ਜੇ ਗੱਲ ਕਰਾਂ, ਡਿਸਇਨਵੈਸਟਮੈਂਟ ਜ਼ਰੂਰ ਸ਼ੁਰੂ ਹੋਈ ਸੀ ਯੂਪੀਐਸ ਦੇ ਟਾਈਮ, ਡਾਕਟਰ ਮਨਮੋਹਨ ਸਿੰਘ ਦੇ ਟਾਈਮ, ਲੇਕਿਨ ਹੁਣ ਜਿਹੜੀ ਹੈ ਡਿਸਇਨਵੈਸਟਮੈਂਟ ਜਿਹੜੀ ਆ ਉਹ ਜਿਹੜੇ ਕ੍ਰਿਟੀਕਲ ਸੈਕਟਰਸ ਹੈ, ਕੀ ਸੈਕਟਰਸ ਹੈ, ਉਹਨਾਂ ਦੇ ਵਿੱਚ ਵੀ ਡਿਸਇਨਵੈਸਟਮੈਂਟਸ ਜਿਹੜੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ। ਉਹਨਾਂ ਦੇ ਵਿੱਚ ਮੈਂ ਇਹ ਮਹਿਸੂਸ ਕਰਦਾ ਉਹਦੇ ਵਿੱਚ ਗਵਰਨਮੈਂਟ ਦਾ ਰੋਲ ਵੀ ਹਮੇਸ਼ਾ ਰਹਿਣਾ ਚਾਹੀਦਾ। ਜੇ ਗੱਲ ਕਰੀਏ, ਇਹਨਾਂ ਨੇ ਹੁਣ ਪਲਾਨ ਕੀਤਾ ਇਸ ਬਜਟ ਦੇ ਵਿੱਚ ਵੀ 에ਅਰ ਇੰਡੀਆ ਨੂੰ ਪੂਰੀ ਤਰ੍ਹਾਂ ਵੇਚਤਾ ਜਾਊਗਾ। ਨਹੀਂ, ਸਿਰਫ 에ਅਰ ਇੰਡੀਆ ਦੇ ਬਾਰੇ ਹੈ। ਦੋ ਜਿਹੜੇ ਮੇਨ ਹੋਰ ਬੈਂਕਸ ਹੈ, BPCL ਤੇ ਹੋਰ ਹੈ, ਦੋ ਬੈਂਕਸ ਪਬਲਿਕ ਸੈਕਟਰਸ ਨੂੰ ਵੀ ਇਹਨਾਂ ਨੇ ਵੇਚਣ ਦਾ ਮਨ ਬਣਾਇਆ। ਇੱਕ ਇੰਸ਼ੋਰੈਂਸ ਦਾ ਵੀ ਹੈ ਵੀ ਜਿਹੜੀ ਇਸ ਤਰ੍ਹਾਂ ਦੀ ਹੈ ਵੀ ਇਹਦੇ ਵਿੱਚ ਗਵਰਨਮੈਂਟ ਦਾ ਰੋਲ ਮੈਂ ਕਹਾਂਗਾ ਥੋੜਾ ਬਹੁਤ ਜ਼ਰੂਰ ਰਹਿਣਾ ਚਾਹੀਦਾ। ਇਹ ਕੀ ਸੈਕਟਰਸ ਹੈ, ਬੈਂਕਿੰਗ ਸੈਕਟਰ ਨੂੰ ਇਹਨਾਂ ਨੇ ਬਹੁਤ ਨੁਕਸਾਨ ਪਹੁੰਚਾਇਆ। ਪਿਛਲੇ 5-6 ਸਾਲ 7 ਸਾਲ ਹੋ ਗਏ ਇਹਨਾਂ ਦੇ ਸਰਕਾਰ ਨੂੰ ਬੈਂਕਿੰਗ ਨੂੰ ਬਹੁਤ ਇਨਸਿਕਿਉਰਿਟੀ ਕ੍ਰੀਏਟ ਕੀਤੀ ਹੈ। ਤੁਸੀਂ ਦੇਖੋ, ਇਹ ਆਪ ਕਹਿ ਰਹੇ ਆ ਆਪਣੇ ਬਜਟ ਦੇ ਵਿੱਚ। ਪਹਿਲਾਂ ਇਹਨਾਂ ਨੇ ਕਿਹਾ ਵੀ ਪਹਿਲੇ ਪਿਛਲੇ ਬਜਟਸ ਦੇ ਵਿੱਚ ਸੀਗਾ ਕਿ ਜਿਹੜੇ ਕੰਜ਼ਿਊਮਰ ਦਾ ਪੈਸਾ ਮਰ ਜਾਏਗਾ ਉਹਨਾਂ ਨੂੰ ਅਸੀਂ 1 ਲੱਖ ਰੁਪਈਆ ਦੇਵਾਂਗੇ, ਹਰੇਕ ਕੰਜ਼ਿਊਮਰ ਨੂੰ ਜਿਸ ਬੈਂਕ ਦੇ ਵਿੱਚ ਉਹਦਾ ਖਾਤਾ ਹੋਏਗਾ। ਹਾਂ, 1 ਲੱਖ ਰੁਪਇਆ ਦੇਗਾ। ਹੁਣ ਇਹ ਗੱਲ ਕਰ ਰਹੇ ਆ ਕਿ ਹਰੇਕ ਕੰਜ਼ਿਊਮਰ ਨੂੰ ਅਸੀਂ ਇਹਨਾਂ ਨੇ ਵਧਾ ਕੇ ਉਹ 5 ਲੱਖ ਰੁਪਈਆ ਕਰਤੀ ਇਸ ਬਜਟ ਦੇ ਵਿੱਚ ਕਿ ਅਸੀਂ 5 ਲੱਖ ਰੁਪਈਆ ਦਿਆਂਗੇ। 5 ਲੱਖ ਵੀ ਡਾਕਟਰ ਸਾਹਿਬ ਉਹਦਾ ਆਪਣਾ ਹੀ ਹੋਊਗਾ, ਉਹਨੂੰ ਤਾਂ ਮਿਲੂਗਾ ਕਿ ਜੇ ਉਹਦਾ ਲੱਖ ਰੁਪਇਆ ਡੁੱਬਿਆ ਤਾਂ 5 ਲੱਖ ਥੋੜੀ ਦੇ ਦੇਣੇ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਤਾਂ ਇਸ ਤਰ੍ਹਾਂ ਦੀ ਗੱਲ ਕਰਨਾ, ਮੈਂ ਤਾਂ ਇਹ ਸੋਚਦਾ ਸੀਗਾ ਕਿ ਸਾਡੇ ਯੂਥ ਬਾਰੇ ਕੁਝ ਗੱਲ ਕਰਨਗੇ, ਕੁਝ ਰੋਜ਼ਗਾਰ ਬਾਰੇ ਗੱਲ ਕਰਨਗੇ, ਕੁਝ ਇੰਪਲੋਇਮੈਂਟ ਬਾਰੇ ਗੱਲ ਕਰਨਗੇ, ਇੰਪਲੋਇਮੈਂਟ ਜਨਰੇਸ਼ਨ ਬਾਰੇ ਗੱਲ ਕਰਨਗੇ, ਪਰ ਐਵੇਂ ਦੀ ਕੋਈ ਵੀ ਗੱਲ ਨਹੀਂ ਹੋਈ। ਰਾਦਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਵੀ ਜੇ ਤੁਹਾਡਾ ਬੈਂਕ ਡੁੱਬ ਜਾਂਦਾ ਤਾਂ ਤੁਹਾਨੂੰ 5 ਲੱਖ ਰੁਪਈਆ ਮਿਲ ਸਕੇਗਾ, ਇਹ ਇੱਕ ਬਹੁਤ ਜ਼ਿਆਦਾ ਇਨਸਿਕਿਉਰਿਟੀ ਕ੍ਰੀਏਟ ਕਰੇਗਾ। ਇਹ ਲੱਗਦਾ ਕਿ ਵੀ ਆਉਣ ਵਾਲੇ ਸਮੇਂ 'ਚ ਬੈਂਕ ਡੁੱਬਣ ਜਾ ਰਹੇ ਨੇ, ਜਿਹੜਾ 5 ਲੱਖ ਦਾ ਇਹਨਾਂ ਨੇ ਵਾਅਦਾ ਕਰਤਾ। ਬੈਂਕਿੰਗ ਦਾ ਹਾਲ ਬਹੁਤ ਮਾੜਾ ਹੈ ਜੀ, ਮੈਂ ਤਾਂ ਇਹੀ ਮਹਿਸੂਸ ਕਰ ਰਿਹਾ ਕਿ ਬੈਂਕਿੰਗ ਦਾ ਹਾਲ ਬਹੁਤ ਮਾੜਾ ਹੈ। ਇੰਨੇ ਤਰ੍ਹਾਂ ਦੇ ਉਹਦੇ ਉੱਪਰ ਤੁਹਾਨੂੰ ਇਹ ਡਿਫਰੈਂਟ ਫਾਈਨਸ ਲਾਉਂਦੇ ਰਹਿੰਦੇ ਆ, ਮਿਨੀਮਮ ਤੁਹਾਡਾ ਬੈਲੈਂਸ ਨਹੀਂ ਹੈ। ਮਿਡਲ ਕਲਾਸ ਬਹੁਤ ਜ਼ਿਆਦਾ ਤਰਾਹੀ ਮੱਚੀ ਹੋਈ ਹੈ, ਮਿਡਲ ਕਲਾਸ ਬਹੁਤ ਪਰੇਸ਼ਾਨ ਹੈ, ਰੋਜ਼ਗਾਰ ਕੋਈ ਹੈ ਨਹੀਂ। ਪਬਲਿਕ ਸੈਕਟਰਸ, ਹੁਣ ਜਿਵੇਂ ਮੈਂ ਯੂਨੀਵਰਸਿਟੀ ਦੀ ਵੀ ਗੱਲ ਕਰਾਂਗਾ ਕਿ ਮਹੀਨਾ ਫਰਵਰੀ ਦਾ ਚੜ ਗਿਆ, ਹਾਲੀ ਪਹਿਲਾਂ ਦਸੰਬਰ ਦੀ ਸੈਲਰੀ ਨਹੀਂ ਮਿਲੀ, ਜਨਵਰੀ ਦੀ ਸੈਲਰੀ ਦਾ ਕੋਈ ਉਮੀਦ ਨਹੀਂ। ਇਹ ਲੱਗਦਾ ਕਿ ਵੀ ਆਉਣ ਵਾਲੇ ਸਮੇਂ 'ਚ ਬੈਂਕ ਡੁੱਬਣ ਜਾ ਰਹੇ ਨੇ, ਜਿਹੜਾ 5 ਲੱਖ ਦਾ ਇਹਨਾਂ ਨੇ ਵਾਅਦਾ ਕਰਤਾ। ਬੈਂਕਿੰਗ ਦਾ ਹਾਲ ਬਹੁਤ ਮਾੜਾ ਹੈ ਜੀ, ਮੈਂ ਤਾਂ ਇਹੀ ਮਹਿਸੂਸ ਕਰ ਰਿਹਾ ਕਿ ਬੈਂਕਿੰਗ ਦਾ ਹਾਲ ਬਹੁਤ ਮਾੜਾ ਹੈ। ਇੰਨੇ ਤਰ੍ਹਾਂ ਦੇ ਉਹਦੇ ਉੱਪਰ ਤੁਹਾਨੂੰ ਇਹ ਡਿਫਰੈਂਟ ਫਾਈਨਸ ਲਾਉਂਦੇ ਰਹਿੰਦੇ ਆ, ਮਿਨੀਮਮ ਤੁਹਾਡਾ ਬੈਲੈਂਸ ਨਹੀਂ ਹੈ। ਮਿਡਲ ਕਲਾਸ ਬਹੁਤ ਜ਼ਿਆਦਾ ਤਰਾਹੀ ਮੱਚੀ ਹੋਈ ਹੈ, ਮਿਡਲ ਕਲਾਸ ਬਹੁਤ ਪਰੇਸ਼ਾਨ ਹੈ, ਰੋਜ਼ਗਾਰ ਕੋਈ ਹੈ ਨਹੀਂ। ਪਬਲਿਕ ਸੈਕਟਰਸ, ਹੁਣ ਜਿਵੇਂ ਮੈਂ ਯੂਨੀਵਰਸਿਟੀ ਦੀ ਵੀ ਗੱਲ ਕਰਾਂਗਾ ਕਿ ਮਹੀਨਾ ਫਰਵਰੀ ਦਾ ਚੜ ਗਿਆ, ਹਾਲੀ ਪਹਿਲਾਂ ਦਸੰਬਰ ਦੀ ਸੈਲਰੀ ਨਹੀਂ ਮਿਲੀ, ਜਨਵਰੀ ਦੀ ਸੈਲਰੀ ਦਾ ਕੋਈ ਉਮੀਦ ਨਹੀਂ। ਠੀਕ ਹੈ,
ਤਾਂ ਇਸ ਤਰ੍ਹਾਂ ਦਾ ਯੂਨੀਵਰਸਿਟੀਜ਼ ਨੂੰ, ਹਾਇਰ ਐਜੂਕੇਸ਼ਨ ਨੂੰ, ਐਜੂਕੇਸ਼ਨ ਸੈਕਟਰ ਬਾਰੇ ਮੈਂ ਹਾਲ ਤੱਕ ਲੱਭ ਨਹੀਂ ਸਕਿਆ ਵੀ ਸਰਕਾਰ ਨੇ ਕੀ ਕਿਹਾ। ਅੱਛਾ ਚਲੋ, ਇਹ ਤਾਂ ਹੋ ਗਈ ਗੱਲ ਕਿ ਆਮ ਬੰਦੇ ਨੂੰ ਕੀ ਮਿਲਿਆ ਤੇ ਜਿਹੜਾ ਬੈਂਕਾਂ ਨਾਲ ਕੀ ਹੋ ਗਿਆ। LIC ਦੇ ਬਾਰੇ ਵੀ ਕੁਝ ਆਇਆ ਕਿ LIC ਦਾ ਵੀ ਵਿੱਚ ਕੁਝ ਉਹਨਾਂ ਨੇ ਪਬਲਿਕ ਜਿਹੜੀ ਇਸ਼ੂਜ਼ ਕੱਢਣੇ ਹੈਗੇ ਨੇ, ਇਹਨਾਂ ਨੇ ਜਿਹੜੇ ਸ਼ੇਅਰ ਵੇਚਣਗੇ ਉਹਨਾਂ ਦੇ ਵੀ ਹਾਲੇ ਤੱਕ ਜਿਹੜਾ ਸੀਗਾ। ਹਾਂ, ਤੇ ਇਹ ਤਾਂ ਚਲੋ ਹੋ ਗਿਆ। ਹੁਣ ਗੱਲ ਕਰੀਏ ਆਪਾਂ ਜੇਕਰ ਯੂਥ ਦੀ, ਤੁਸੀਂ ਇੱਕ ਰੁਜ਼ਗਾਰ ਦੀ ਗੱਲ ਛੇੜੀ ਹੈ ਕਿ ਨਿਗਾਹ ਟਿੱਕੀ, ਕਿਉਂਕਿ ਜਦੋਂ BJP ਪਾਵਰ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਕਰੋੜਾਂ ਜਿਹੜੀ ਆ ਉਹ ਨੌਕਰੀਆਂ ਦੇਵਾਂਗੇ। ਬਜਟ ਕੁਝ ਨਜ਼ਰ ਆਇਆ ਜੀ? ਬਜਟ ਦੇ ਵਿੱਚ ਯੂਥ ਬਾਰੇ ਕੋਈ ਵੀ ਇਹਨਾਂ ਨੇ ਕੁਝ ਐਡਰੈਸ ਨਹੀਂ ਕੀਤਾ। ਕੋਈ ਐਸੀ ਉਹ ਨਹੀਂ ਹੈ। ਜਿਹੜਾ ਸਾਰਾ ਦੇਸ਼ ਦਾ ਯੂਥ ਹੈ ਉਹ ਅਨਐਮਪਲੋਇਡ ਬੈਠਾ ਹੈ। ਜੇ ਕਿਸੇ ਕੋਲ ਥੋੜੇ ਬਹੁਤ ਰਿਸੋਰਸਿਸ ਹੈ, ਉਹ ਆਪਣੇ ਰਿਸੋਰਸਿਸ ਜਨਰੇਟ ਕਰਕੇ ਫੋਰਨ ਕੰਟਰੀਜ਼, ਡਿਵੈਲਪ ਕੰਟਰੀਜ਼ 'ਚ ਪੜ੍ਹਨ ਜਾ ਰਿਹਾ ਜਾਂ ਰੋਜ਼ਗਾਰ ਦੇ ਹੀਲੇ ਲਈ ਜਾ ਰਿਹਾ। ਪਰ ਆਪਣੀ ਸਰਕਾਰ ਨੇ ਆਪਣੇ ਯੂਥ ਲਈ ਕੁਝ ਨਹੀਂ ਕੀਤਾ। ਮੈਂ ਯੂਨੀਵਰਸਿਟੀ ਨੂੰ ਬਿਲੋਂਗ ਕਰਦਾ, ਬੱਚਿਆਂ ਦੇ ਵਿੱਚ ਰਹਿਣਾ, ਇਹ ਬੜਾ ਮਾਯੂਸੀ ਦੇਗਾ ਇਹ ਬਜਟ। ਮੈਂ ਇਹ ਕਹਾਂਗਾ ਬੱਚਿਆਂ ਨੂੰ, ਬੱਚੇ ਇਹਨਾਂ ਗੱਲਾਂ ਕਰਕੇ ਹੀ ਫਿਰ ਗਲਤ ਕੰਮਾਂ 'ਚ ਪੈਂਦੇ ਆ, ਨਸ਼ਿਆਂ 'ਚ ਪੈਂਦੇ ਆ। ਹਾਂਜੀ, ਡਿਫਰੈਂਟ ਕ੍ਰਾਈਮ ਰੇਟ ਵੱਧਦਾ ਹੈ। this kind of budget will surely lead to all this। ਦਿੱਲੀ ਸਰਕਾਰ ਦੇ ਵਿੱਚ ਅਗਰ ਆਪਾਂ ਦਿੱਲੀ ਦੀ ਗੱਲ ਕਰੀਏ, ਸਿਰਫ ਇੱਕ ਸਟੇਟ ਦੀ ਗੱਲ ਕਰ ਰਿਹਾ ਮੈਂ, ਕਿ ਦਿੱਲੀ ਦੇ ਵਿੱਚ ਰਿਪੀਟ ਸਰਕਾਰ ਇਸ ਕਰਕੇ ਹੋਈ ਹੈ ਕਿਉਂਕਿ ਉੱਥੇ ਸਿੱਖਿਆ ਤੇ ਸਿਹਤ ਦੋ ਜਿਹੜੇ ਖੇਤਰ ਸੀਗੇ ਉਹਨਾਂ ਨੇ ਬੜੀ ਜ਼ਬਰਦਸਤ ਡਿਵੈਲਪਮੈਂਟ ਕੀਤੀ ਉੱਥੇ। ਉਹ ਜਿਹੜਾ ਇੱਦਾਂ ਦਾ ਉੱਥੇ ਮਾਹੌਲ ਕ੍ਰੀਏਟ ਬਣ ਗਿਆ ਕਿ ਉੱਥੇ ਦੇ ਸਰਕਾਰੀ ਸਕੂਲ ਵੀ ਜਿਹੜੇ ਨੇ ਅੱਜ ਜਿਹੜੇ ਨੇ ਉਹ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਨੇ। ਇਸੇ ਤਰ੍ਹਾਂ ਜਿਹੜਾ ਉਹ ਸਿਹਤ ਦੇ ਮਹਿਕਮੇ 'ਚ ਜਿਹੜੀ ਮੁਹੱਲਾ ਕਲੀਨਿਕ ਜਿਸ ਤਰ੍ਹਾਂ ਦੇ ਖੋਲ੍ਹੇ ਗਏ, ਉਸ ਤਰ੍ਹਾਂ ਉਹ ਬਹੁਤ ਵੱਡੀ ਚੀਜ਼ ਸੀਗੀ। ਅਤੇ ਇਹ ਚੀਜ਼ ਜਿਹੜੀ ਆ ਉਹ ਪਬਲਿਕ ਦੇ ਹਿੱਤ ਦੀ ਸੀ, ਲੋਕਾਂ ਦੇ ਹਿੱਤ ਦੀ ਸੀ। ਲੋਕਾਂ ਨੂੰ ਜਦੋਂ ਇਹ ਚੀਜ਼ਾਂ ਮਿਲੀਆਂ ਤਾਂ ਲੋਕਾਂ ਨੇ ਉਹਨਾਂ ਨੂੰ ਦੁਬਾਰਾ ਵੋਟਾਂ ਪਾਈਆਂ। ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਕੇਂਦਰ ਦੇ ਵਿੱਚ BJP ਸਰਕਾਰ ਸੀ, ਦੇਸ਼ ਦੇ ਜ਼ਿਆਦਾਤਰ ਜਿਹੜੇ ਸੂਬਿਆਂ ਦੇ ਵਿੱਚ BJP ਦੀ ਸਰਕਾਰ ਸੀ, ਸਾਰਾ ਦਾ ਸਾਰਾ ਇਨਫਰਾਸਟ੍ਰਕਚਰ ਤੇ ਮੰਤਰੀ ਕੇਂਦਰੀ ਵੀ ਤੇ ਜਿਹੜੇ ਰਾਜਾਂ ਦੇ ਵੀ ਉਹ ਉੱਥੇ ਮੌਜੂਦ ਸੀ। ਉਹਨਾਂ ਨੇ ਸਾਰਾ ਕੁਝ ਉੱਥੇ ਪ੍ਰਚਾਰ ਵੀ ਕੀਤਾ, ਪਰ ਇਹਦੇ ਬਾਵਜੂਦ ਵੀ BJP ਹਾਰ ਗਈ ਕਿਉਂਕਿ ਉੱਥੇ ਜਨਤਾ ਨੇ ਸਹੂਲਤਾਂ ਨੂੰ ਵੋਟ ਪਾਈ, ਨਾ ਕਿ ਜਿਹੜਾ ਉਹ ਪਾਰਟੀ ਨੂੰ ਵੋਟ ਪਾਈ, ਅੰਧ ਭਗਤਾਂ ਨੇ ਵੋਟ ਪਾਈ। ਕੀ ਲੱਗਦਾ ਹੈ ਕਿ ਹਾਲੇ ਵੀ ਕੁਝ ਸਰਕਾਰ ਨੇ ਮਾੜਾ ਮੋਟਾ ਸਬਕ ਸਿੱਖਿਆ ਇਸ ਚੀਜ਼? ਮੈਂ ਨਹੀਂ ਮੰਨਦਾ ਕਿ ਇਹ ਜਿਹੜਾ ਬਜਟ ਹੈ ਉਹ ਆਮ ਆਦਮੀ ਦੇ ਲਈ ਹੈ। ਇਹਨਾਂ ਨੇ ਆਮ ਆਦਮੀ ਪਾਰਟੀ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਮਾਡਲ ਸੀ, ਜਿਸ ਨੂੰ ਲੋਕਾਂ ਨੇ ਦੁਬਾਰਾ ਵੋਟਾਂ ਪਾ ਕੇ ਦੁਬਾਰਾ ਸਰਕਾਰ ਬਣਾਈ, ਉਹ ਜਿਹੜੀ ਦੁਬਾਰਾ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਮੈਂ ਇਹੀ ਕਹਾਂਗਾ ਕਿ ਉਹ ਤਾਂ ਸੈਂਟਰ ਲਈ ਵੀ ਤੇ ਹੋਰ ਸਾਰੀਆਂ ਜਿਹੜੀਆਂ ਪਾਰਟੀਆਂ ਹੈ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਚਪੇੜ ਸੀ। ਪਰ ਉਹ ਚਪੇੜ ਖਾ ਕੇ ਵੀ ਇਹ ਨਹੀਂ ਸੁਧਰੇ। ਇਹਨਾਂ ਨੇ ਕੋਈ ਵੀ ਕਰੈਕਟਿਵ ਐਕਸ਼ਨ ਫਿਰ ਵੀ ਨਹੀਂ ਲਿਆ। ਇਹਨਾਂ ਨੂੰ ਚਾਹੀਦਾ ਸੀਗਾ, ਜਿਵੇਂ ਤੁਸੀਂ ਗੱਲ ਕੀਤੀ, ਦੋ ਚੀਜ਼ਾਂ ਜਿਹੜੀਆਂ ਮੇਨ ਹੈ, ਹੈਲਥ ਤੇ ਐਜੂਕੇਸ਼ਨ, ਉਹ ਜੇ ਉਹਦੇ ਉੱਪਰ ਹੀ ਆਪਣੇ ਕੰਟਰੀ ਦੇ ਵਿੱਚ ਬਹੁਤ ਵਧੀਆ ਕੰਮ ਹੋ ਜੇ ਤਾਂ ਵੀ ਕੈਨ ਬੀ ਡਿਵੈਲਪਡ ਕੰਟਰੀ, ਵੀ ਕੈਨ ਬੀ ਅ ਸੁਪਰ ਪਾਵਰ। ਪਰ ਆਪਣੀਆਂ ਜਿਹੜੀਆਂ ਸਰਕਾਰਾਂ, ਸਟੇਟ ਗਵਰਨਮੈਂਟ ਵੀ, ਸੈਂਟਰਲ ਗਵਰਨਮੈਂਟ ਵੀ, ਇਹਨਾਂ ਦੇ ਉੱਪਰ ਕੋਈ ਕੰਮ ਨਹੀਂ ਕਰ ਰਹੀ। ਇਹਨਾਂ ਦੇ ਬਾਰੇ ਉਹਨਾਂ ਦਾ ਕੋਈ ਖਾਸ ਫੋਕਸ ਨਹੀਂ ਹੈ, ਕੁਝ ਵੀ ਕਲੀਅਰ ਨਹੀਂ ਹੋ ਪਾਇਆ। ਮਤਲਬ ਤੁਸੀਂ ਅਰਥ ਸ਼ਾਸਤਰ ਨੂੰ ਬੜੇ ਨੇੜੇ ਹੋ ਕੇ ਪੜ੍ਹਦੇ ਹੋ, ਪੜ੍ਹਾਉਂਦੇ ਵੀ ਹੋਗੇ ਬੱਚਿਆਂ ਨੂੰ। ਮੈਨੂੰ ਇਹ ਦੱਸੋ ਕਿ ਜਿਹੜਾ ਮੌਜੂਦਾ ਬਜਟ ਪੇਸ਼ ਕੀਤਾ ਗਿਆ ਹੈ, ਇਸ ਤੋਂ ਬਹੁਤ ਆਸਾਂ ਸੀਗੀਆਂ ਪੰਜਾਬ ਨੂੰ ਵੀ ਤੇ ਨਾਰਥ ਸਟੇਟਾਂ ਦੇ ਜਿਹੜੇ ਸੂਬੇ ਸੀਗੇ ਜਿਹੜੇ ਇਹਨਾਂ ਨੂੰ ਵੀ। ਕੀ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਵੱਲੋਂ ਹਿੱਸਾ ਲਏ ਜਾਣ ਦਾ ਨਾਰਥ ਸਾਈਡ ਤੋਂ ਜ਼ਿਆਦਾਤਰ, ਕਿ ਉਹਦਾ ਖਮਿਆਜਾ ਭੁਗਤਣਾ ਪਿਆ ਇਹਨਾਂ ਨੂੰ? ਬਿਲਕੁਲ ਖਮਿਆਜਾ ਭੁਗਤਣਾ ਪਿਆ ਜੀ। ਮੈਂ ਤਾਂ ਇਹ ਕਹਾਂਗਾ ਵੀ ਰਿਟੈਲੀਏਟ ਕੀਤਾ ਹੈ ਮੋਦੀ ਸਰਕਾਰ ਨੇ। ਪੂਰੇ ਨਾਰਦਰਨ ਇੰਡੀਆ ਨੂੰ ਹੀ ਕੁਝ ਨਹੀਂ ਦਿੱਤਾ। UPA ਦੇ ਟਾਈਮ ਦੇ ਵਿੱਚ ਮੈਨੂੰ ਯਾਦ ਹੈ ਵੀ ਵੱਡੀਆਂ ਤੋਂ ਵੱਡੀਆਂ ਲੌਂਗ ਡਿਸਟੈਂਸ ਟ੍ਰੇਨਸ ਚਲਾਈਆਂ ਜਾਂਦੀਆਂ ਸੀ। ਨੰਦੇੜ ਸਾਹਿਬ ਨੂੰ ਟ੍ਰੇਨ ਚੱਲਦੀ ਸੀ, ਹਾਂਜੀ, ਹਜੂਰ ਸਾਹਿਬ ਟ੍ਰੇਨ ਗਈ, ਹੋਰ ਸਾਰੀਆਂ ਟ੍ਰੇਨਸ ਚੱਲਦੀਆਂ ਸੀ। ਵੱਡੇ ਤੋਂ ਵੱਡਾ ਪ੍ਰੋਜੈਕਟ ਨਾਰਦਰਨ ਇੰਡੀਆ 'ਚ ਰਾਜਧਾਨੀ, ਸ਼ਤਾਬਦੀ, ਸਾਰਾ ਕੁਝ ਆਉਂਦਾ ਸੀ, ਹੋਰ ਵੀ ਇਨਫਰਾਸਟ੍ਰਕਚਰ ਦਾ ਆਉਂਦਾ ਸੀ। ਪਰ ਇਸ ਵਾਰੀ ਤਾਂ ਨਾਰਦਰਨ ਇੰਡੀਆ ਦੇ ਬਾਰੇ ਮੈਂ ਕੁਝ ਗੱਲ ਹੀ ਨਹੀਂ ਸੁਣੀ। ਮੈਂ ਬਜਟ ਦੇ ਬਾਰੇ ਧਿਆਨ ਨਾਲ ਸੁਣਦਾ ਰਿਹਾ, ਪਰ ਹਾਲ ਤੱਕ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਲੱਗਿਆ। ਡਾਕਟਰ ਸਾਹਿਬ, ਇੱਕ ਮੈਨੂੰ ਜ਼ਿਹਨ ਦੇ ਵਿੱਚ ਗੱਲ ਆਉਂਦੀ ਹੈ, ਇਹਨਾਂ ਨੇ ਜਦੋਂ ਪਿੱਛੇ ਜੇ ਪ੍ਰਚਾਰ ਬੜਾ ਹੋਇਆ ਸੀਗਾ ਕਿ ਸਮਾਰਟ ਸਿਟੀ ਬਣਾਵਾਂਗੇ ਅਸੀਂ ਜੀ, ਹਰ ਬੰਦਾ ਆਪਣੇ ਆਪਣੇ ਸ਼ਹਿਰ ਨੂੰ ਸੁਪਨਾ ਲੈਣ ਲੱਗ ਗਿਆ ਸੀ, ਮੇਰਾ ਸ਼ਹਿਰ ਇਸ ਤਰ੍ਹਾਂ ਦਾ ਹੋਏਗਾ। ਇਹਨਾਂ ਨੇ ਇੱਕ ਬੁਲਟ ਟ੍ਰੇਨ ਦਾ ਸੁਪਨਾ ਦਿਖਾਇਆ ਸੀਗਾ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੇ ਆਬੇ ਜਿਹੜੇ ਆਏ ਸੀਗੇ, ਉਹਨਾਂ ਤੋਂ 3 ਲੱਖ ਕਰੋੜ ਰੁਪਏ ਦਾ ਕੁਝ ਉਹਨਾਂ ਨੇ ਸਹਾਇਤਾ ਵੀ ਲਈ ਸੀ। ਉਹ ਕਿੱਧਰ ਗਿਆ ਜੀ ਸਾਰਾ ਕੁਝ? ਕੁਝ ਵੀ ਸਮਝ ਨਹੀਂ ਆ ਰਿਹਾ ਜੀ। ਬਿਲਕੁਲ ਹੀ ਫੋਕਸ ਬਦਲ ਗਿਆ ਸਰਕਾਰ ਦਾ। ਨਾ ਬੁਲਟ ਟ੍ਰੇਨਸ ਦਿਖੀਆਂ,
ਨਾ ਸਮਾਰਟ ਸਿਟੀਜ਼ ਬਾਰੇ ਹੁਣੇ ਕੋਈ ਗੱਲ ਕਰਦੇ ਆ, ਨਾ ਬਜਟ ਦੇ ਵਿੱਚ ਉਹਦੇ ਬਾਰੇ ਕੋਈ ਗੱਲ ਕਰਦੇ ਆ। ਫੋਕਸ ਬਿਲਕੁਲ ਬਦਲ ਗਿਆ। ਮੈਂ ਇਹੀ ਕਹਾਂਗਾ ਕਿ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ। ਡਿਫਰੈਂਟ ਬਜਟਸ ਵੇਚ ਕੇ ਯੂ ਟਰਨ ਲੈ ਗਏ। ਜੋ ਪਹਿਲਾਂ ਇਹਨਾਂ ਦੀਆਂ ਸਟ੍ਰੈਟਜੀ ਸੀ, ਜੋ ਪਲਾਨ ਸੀ, ਉਹਨਾਂ ਬਾਰੇ ਗੱਲ ਹੀ ਨਹੀਂ ਕਰਦੇ। ਹੁਣ ਟੋਟਲੀ ਡਿਫਰੈਂਟ ਇਹਨਾਂ ਦੇ ਪਲਾਨਸ ਆ ਗਏ। ਉਹਨਾਂ ਬਾਰੇ ਵੀ ਇਹੀ ਗੱਲ ਕਰ ਰਹੇ ਆ ਕਿ ਇਹ 5 ਸਾਲ ਦਾ ਬਜਟ ਹੈ, ਇਹ 1 ਸਾਲ ਦਾ ਬਜਟ ਨਹੀਂ। ਜਦ ਕਿ ਮੈਂ ਤਾਂ ਇਹੀ ਸਮਝਦਾ ਕਿ ਬਜਟ ਜਿਹੜਾ ਹੁੰਦਾ ਉਹ 1 ਸਾਲ ਲਈ ਹੁੰਦਾ, ਨਾ ਕਿ 5 ਸਾਲ ਲਈ ਹੁੰਦਾ। ਪਰ ਇਹ ਲੰਬੇ ਸੁਪਨੇ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਡਾਕਟਰ ਸਾਹਿਬ, ਜਿਹੜੇ ਸਾਡੇ ਦਰਸ਼ਕ ਨੇ ਐਕਸ ਨਿਊਜ਼ ਦੇ, ਉਹ ਇਹ ਦੇਖ ਰਹੇ ਨੇ, ਜਿਹੜੇ ਕਿ ਉਹ ਤੁਹਾਡੇ ਗੱਲ ਨਹੀਂ ਦੇਖ ਰਹੇ ਨੇ ਕਿ ਸ਼ਾਇਦ ਤੁਸੀਂ ਕੋਈ ਚੰਗੀ ਗੱਲ ਵੀ ਬੋਲੋਗੇ ਵੀ ਸਾਡੇ ਹੱਕ ਦੇ ਵਿੱਚ ਆ ਆਇਆ, ਕੁਝ ਬੋਲੋਗੇ ਉਹਨਾਂ ਨੂੰ? ਜ਼ਰੂਰ ਬੋਲਾਂਗਾ ਜੀ। ਮੈਂ ਇਹੀ ਕਹਾਂਗਾ ਕਿ ਬਜਟ ਦੇ ਵਿੱਚ ਥੋੜਾ ਰਿਵਾਈਜ਼ ਹੋਣਾ ਚਾਹੀਦਾ, ਥੋੜੀਆਂ ਰਿਆਇਤਾਂ ਦੇਣੀਆਂ ਚਾਹੀਦੀਆਂ, ਯੂਥ ਦੇ ਐਮਪਲੋਇਮੈਂਟ ਲਈ ਕੁਝ ਕਰਨਾ ਚਾਹੀਦਾ, ਮਿਡਲ ਕਲਾਸ ਨੂੰ ਵੀ ਰਿਆਇਤ ਦੇਣ ਦੀ ਲੋੜ ਸੀ। ਬਹੁਤ ਜ਼ਿਆਦਾ ਕੋਵਿਡ ਦੇ ਕਰਕੇ ਗਰੀਬੀ ਫੈਲੀ ਹੋਈ ਸੀ, ਪਰ ਬਹੁਤ ਜ਼ਿਆਦਾ ਡਿਸਅਪੁਆਇੰਟਮੈਂਟ ਹੋਈ। ਬਹੁਤ ਜ਼ਿਆਦਾ ਡਿਸਅਪੁਆਇੰਟਮੈਂਟ ਹੋਈ, ਮੈਨੂੰ ਵੀ ਹੋਈ ਸੁਣ ਕੇ ਕਿ ਜਿਹੜਾ ਇਸ ਬਜਟ ਦੇ ਵਿੱਚੋਂ ਕੁਝ ਚੰਗੀ ਚੀਜ਼ ਨਹੀਂ ਨਿਕਲ ਕੇ ਆਈ। ਡਾਕਟਰ ਪੰਕਜ ਮਹਿੰਦਰੂ, ਐਕਸ ਨਿਊਜ਼ ਚੈਨਲ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ ਪੰਕਜ ਮਹਿੰਦਰੂ, ਜਿਨ੍ਹਾਂ ਤੋਂ ਮੈਂ ਸ਼ਾਇਦ ਸੁਣਨ ਦੀ ਆਸ ਕਰ ਰਿਹਾ ਸੀ ਕਿ ਕੁਛ ਨਾ ਕੁਛ ਨਿਕਲ ਕੇ ਚੰਗਾ ਵੀ ਦੱਸਣਗੇ ਇਹ, ਵੀ ਆਹ ਸਾਡੇ ਫਾਇਦੇ 'ਚ ਆਇਆ, ਆਹ ਸਾਡੇ ਫਾਇਦੇ 'ਚ ਆਇਆ। ਮੈਂ ਹੁਣ ਸੋਚ ਰਿਹਾ ਸੀ ਵੀ ਹੁਣ ਕੁਛ ਨਾ ਕੁਛ ਨਿਕਲ ਕੇ ਸਾਡੇ ਫਾਇਦੇ ਵਾਸਤੇ ਵੀ ਕੋਈ ਗੱਲ ਕਰਨਗੇ। ਹੁਣ ਸ਼ਾਇਦ ਇਹ 'ਚੋਂ ਨਿਕਲ ਕੇ ਆਏਗਾ ਕਿ ਇਹਦੇ ਵਿੱਚ ਆਹ ਬਜਟ 'ਚ ਸਾਡੇ ਵੀ ਆਹ ਫਾਇਦਾ ਹੋਏਗਾ, ਕਿਉਂਕਿ ਆਮ ਆਦਮੀ ਦੀ ਬੁੱਧੀ ਇੰਨੀ ਕੰਮ ਨਹੀਂ ਕਰਦੀ ਜਿੰਨੇ ਕਿ ਅਰਥ ਸ਼ਾਸਤਰੀ ਬੈਠੇ ਨੇ, ਇਹਨਾਂ ਦੀਆਂ ਦਿਮਾਗ ਕੰਮ ਕਰਦਾ, ਉਹਦੇ ਵਿੱਚੋਂ ਕੱਢ ਲੈਂਦੇ ਨੇ। ਪਰ ਅੰਤ ਦੇ ਵਿੱਚ ਜਿਹੜੀਆਂ ਉਹਨਾਂ ਨੇ ਗੱਲਾਂ ਬੋਲੀਆਂ ਨੇ ਕਿ ਇਹਦੇ ਵਿੱਚ ਕਰਨਾ ਚਾਹੀਦਾ ਸੀ ਪਰ ਨਹੀਂ ਕੀਤਾ। ਅਫਸੋਸ ਇਸੇ ਗੱਲ ਦਾ ਹੋਇਆ। ਹੁਣ ਫੈਸਲਾ ਤੁਹਾਡੇ ਹੱਥ 'ਚ ਹੈ, ਵੋਟ ਤੁਸੀਂ ਪਾਉਣੀ ਹੈ, ਸਰਕਾਰਾਂ ਤੁਸੀਂ ਚੁਣਨੀਆਂ ਨੇ। ਪਹਿਲਾਂ ਜੋ ਕੁਝ ਕੀਤਾ ਕਿ ਉਸੇ ਤਰ੍ਹਾਂ ਚੱਲਣਾ ਹੈ ਜਾਂ ਇਦਾਂ ਦਾ ਬਜਟ ਦੇਖ ਕੇ ਫਿਰ ਅੰਨੇ ਭਗਤ ਬਣਨਾ ਹੈ। ਸੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ? ਇਸ ਬਾਬਤ ਸਾਨੂੰ ਆਪਣੀ ਰਾਏ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਹਰ ਖਬਰ ਲਈ ਸਬਸਕ੍ਰਾਈਬ ਕਰੋ ਅਕਸ਼ ਨਿਊਜ਼।